ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀਵਨ ਬਿਰਤਾਂਤ ਗੁਰੂ ਤੇਗ ਬਹਾਦਰ ਸਾਹਿਬ ਜੀ। ਲੇਖਕ ਪ੍ਰੋਫੈਸਰ ਸਾਹਿਬ ਸਿੰਘ। ਚੌਥਾ ਕਾਂਡ ਭਾਗ ਤੀਜਾ। ਉੱਤਰ ਪ੍ਰਦੇਸ਼, ਮਥਰਾ, ਕਾਨਪੁਰ, ਪਰਾਗ, ਕਾਂਚੀ, ਕੜੇ ਮਾਨਕਪੁਰ ਤੋਂ ਸਤਿਗੁਰੂ ਜੀ ਸਾਰੇ ਸਾਥ ਸਮੇਤ ਮਥੁਰਾ ਪਹੁੰਚੇ। ਮਥੁਰਾ ਤੋਂ ਸ਼ਹਿਰ ਆਗਰੇ ਗਏ। ਉੱਥੇ ਮਾਈ ਥਾਨ ਦੇ ਕੋਲ ਇਸ ਯਾਦ ਵਿੱਚ ਗੁਰਦੁਆਰਾ ਬਣਿਆ ਹੋਇਆ ਹੈ। ਇੱਥੋਂ ਨਗਰ ਅਟਾਵਾ ਹੁੰਦੇ ਹੋਏ ਕਾਨਪੁਰ ਗਏ। ਗੰਗਾ ਦੇ ਕੰਢੇ ਡੇਰਾ ਕੀਤਾ। ਉੱਥੇ ਹੁਣ ਇੱਕ ਗੁਰਦੁਆਰਾ ਹੈ। ਕਾਨਪੁਰ ਤੋਂ ਗੁਰੂ ਤੇਗ ਬਹਾਦਰ ਸਾਹਿਬ ਇਲਾਹਾਬਾਦ, ਪ੍ਰਯਾਗ ਪਹੁੰਚੇ। ਅਹੀਆਪੁਰ ਦੇ ਮੁਹੱਲੇ ਵਿੱਚ ਡੇਰਾ ਕੀਤੋ ਨੇ। ਉੱਥੇ ਹੁਣ ਇੱਕ ਪੱਕੀ ਸੰਗਤ ਗੁਰਦੁਆਰਾ ਹੈ। ਪ੍ਰਯਾਗ ਹਿੰਦੂਆਂ ਦਾ ਭਾਰਾ ਤੀਰਥ ਹੈ। ਉੱਥੇ 3 ਨਦੀਆਂ ਮਿਲਦੀਆਂ ਹਨ। ਲੋਕ ਉਸ ਨੂੰ ਤ੍ਰਿਵੇਣੀ ਵਿੱਚ ਇਸ਼ਨਾਨ ਕਰਨ ਨੂੰ ਬੜਾ ਮਹੱਤਮ ਸਮਝਦੇ ਹਨ। ਸਤਿਗੁਰੂ ਜੀ ਨੇ ਉੱਥੇ ਆਏ ਯਾਤਰੂਆਂ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਰਾਹੀਂ ਸਮਝਾਇਆ ਕਿ ਸਭ ਤੋਂ ਸ੍ਰੇਸ਼ਟ ਤੀਰਥ ਸਾਧ ਸੰਗਤ ਹੈ। ਸਤ ਸੰਗ ਵਿੱਚ ਪ੍ਰਭੂ ਦੀ ਸਿਫਤ ਸਲਾਹ ਕੀਤਿਆਂ ਪ੍ਰਭੂ ਨਾਲ ਮੇਲ ਜੋਲ ਹੁੰਦਾ ਹੈ। ਪ੍ਰਭੂ ਮਿਲਾਪ ਹੀ ਪੂਰਾ ਇਸ਼ਨਾਨ ਹੈ। ਪ੍ਰਯਾਗ ਤੋਂ ਚੱਲ ਕੇ ਮਿਰਜ਼ਾਪੁਰ ਗਏ। ਗੰਗਾ ਦੇ ਕੰਢੇ ਡੇਰਾ ਕੀਤਾ, ਜਿੱਥੇ ਹੁਣ ਗੁਰੂ ਕੀ ਸੰਗਤ ਹੈ। ਉਧਰ ਲੋਕ ਗੁਰਦੁਆਰੇ ਧਰਮਸ਼ਾਲ ਨੂੰ ਸੰਗਤ ਆਖਦੇ ਹਨ। ਇੱਥੋਂ ਕਾਸ਼ੀ ਪਹੁੰਚੇ। ਰੇਸ਼ਮ ਦੇ ਮੁਹੱਲੇ ਟਿਕਾਣਾ ਕੀਤਾ। ਉਥੇ ਗੁਰਦੁਆਰਾ ਹੈ। ਭਾਈ ਗੁਰਦਾਸ ਜੀ ਦੇ ਉਦਮ ਨਾਲ ਉੱਥੇ ਅਨੇਕਾਂ ਸਿੱਖ ਗੁਰੂ ਘਰ ਦੇ ਸ਼ਰਧਾਲੂ ਸਨ। ਕਾਸ਼ੀ ਤੋਂ 40 ਮੀਲਾਂ ਦੀ ਵਿੱਥ ਤੇ ਨਗਰ ਜੌਨਪੁਰ ਹੈ। ਜੌਨਪੁਰ ਦੇ ਸਿੱਖ ਦਰਸ਼ਨ ਕਰਨ ਲਈ ਆਏ। ਬਿਹਾਰ ਪ੍ਰਾਂਤ, ਸਸਰਾਮ, ਗਿਆ, ਪਟਨਾ, ਮੁੰਗੇਰ। ਕਾਸ਼ੀ ਤੋਂ ਪੂਰਬ ਪਾਸੇ 45 ਮੀਲਾਂ ਦੀ ਵਿੱਥ ਤੇ ਨਗਰ ਸਸਰਾਮ ਹੈ। ਹਮਾਯੂੰ ਨੂੰ ਭਾਜ ਦੇਣ ਵਾਲਾ ਸ਼ੇਰ ਸ਼ਾਹ ਸਸਰਾਮ ਦਾ ਹੀ ਜੰਮਿਆ ਪਲਿਆ ਸੀ। ਗੁਰੂ ਤੇਗ ਬਹਾਦਰ ਸਾਹਿਬ ਕਾਸ਼ੀ ਤੋਂ ਚੱਲ ਕੇ ਸ਼ਹਿਰ ਸਸਰਾਮ ਪਹੁੰਚੇ। ਭਾਈ ਫੱਗੋ ਮਸੰਦ ਦੇ ਉਦਮ ਨਾਲ ਉੱਥੇ ਅਗਰੈਰੀ ਬਾਣੀਏ ਬਹੁਤ ਗਿਣਤੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਿੱਖ ਚੱਲੇ ਆ ਰਹੇ ਸਨ। ਉਹਨਾਂ ਦੀ ਔਲਾਦ ਵਿੱਚੋਂ ਕਲਕੱਤੇ ਵਿੱਚ ਬੜੇ ਬੜੇ ਸ਼ਾਹੂਕਾਰ ਹਨ। ਗੁਰਦੁਆਰਾ ਬੜੀ ਸਿੱਖ ਸੰਗਤ ਅਤੇ ਛੋਟੀ ਸਿੱਖ ਸੰਗਤ ਦੀ ਸੇਵਾ ਬੜੇ ਪ੍ਰੇਮ ਨਾਲ ਕਰਦੇ ਹਨ। ਪਰ ਪ੍ਰਚਾਰ ਦੀ ਘਾਟ ਦੇ ਕਾਰਨ ਬਹੁਤਿਆਂ ਨੇ ਜਨੇਊ ਵੀ ਪਾਏ ਹੋਏ ਹਨ ਤੇ ਕੇਸਾਧਾਰੀ ਵੀ ਹਨ। ਗਿਆ, ਸਸਰਾਮ ਤੋਂ 50 ਮੀਲਾਂ ਦੀ ਵਿੱਥ ਤੇ ਪੂਰਬ ਵੱਲ ਹਿੰਦੂਆਂ ਦਾ ਪ੍ਰਸਿੱਧ ਤੀਰਥ ਅਸਥਾਨ ਗਿਆ ਹੈ। ਹਿੰਦੂ ਲੋਕ ਇੱਥੇ ਆ ਕੇ ਪਿਤਰਾਂ ਨਿਮਿਤ ਪਿੰਡ ਭਰਾਉਂਦੇ ਹਨ। ਜਵਾਂ ਦੇ ਆਟੇ ਦੇ ਪੇੜੇ ਬਣਾਏ ਜਾਂਦੇ ਹਨ। ਬ੍ਰਾਹਮਣ ਮੰਤਰ ਆਦਿਕ ਪੜ੍ਹਦਾ ਹੈ। ਉਹ ਆਟਾ ਫਿਰ ਮੱਛੀਆਂ ਆਦਿਕ ਨੂੰ ਪਾ ਦਿੱਤਾ ਜਾਂਦਾ ਹੈ। ਪਿੰਡ ਭਰਾਉਣ ਵਾਲਾ ਆਦਮੀ ਸਮਝਦਾ ਹੈ ਕਿ ਇਹ ਖੁਰਾਕ ਮਰ ਚੁੱਕੇ ਸੰਬੰਧੀਆਂ ਪਿੱਤਰ ਲੋਕ ਵਿੱਚ ਪਹੁੰਚ ਗਈ ਹੈ। ਗੁਰੂ ਨਾਨਕ ਦੇਵ ਜੀ ਵੀ ਇੱਥੇ ਆਏ ਸਨ। ਉਹਨਾਂ ਇਸ ਤੀਰਥ ਦੇ ਪਿੰਡ ਭਰਾਉਣ ਆਏ ਲੋਕਾਂ ਨੂੰ ਸਮਝਾਇਆ ਸੀ ਕਿ ਅਕਾਲ ਪੁਰਖ ਦਾ ਨਾਮ ਹੀ ਜੀਵ ਆਤਮਾ ਨੂੰ ਚਾਨਣ ਦੇਣ ਵਾਲਾ ਹੈ। ਇਹੀ ਜਿੰਦ ਦੀ ਖੁਰਾਕ ਹੈ। ਗੁਰੂ ਤੇਗ ਬਹਾਦਰ ਸਾਹਿਬ ਵੀ ਜਦੋਂ ਗਿਆ ਪਹੁੰਚੇ ਤਾਂ ਉੱਥੋਂ ਦੇ ਪਾਂਡਿਆਂ ਨੇ ਇਹਨਾਂ ਨੂੰ ਵੀ ਪਿਤਰਾਂ ਨਿਮਿਤ ਪਿੰਡ ਭਰਾਉਣ ਲਈ ਪ੍ਰੇਰਿਆ। ਪਰ ਇਹਨਾਂ ਵੀ ਗੁਰੂ ਨਾਨਕ ਦੇਵ ਜੀ ਵਾਲਾ ਉੱਤਰ ਹੀ ਦਿੱਤਾ। ਪਟਨਾ ਸ਼ਹਿਰ ਪਟਨਾ ਗਿਆ ਤੋਂ ਠੀਕ ਉੱਤਰ ਵੱਲ 40 ਮੀਲਾਂ ਦੀ ਵਿੱਥ ਤੇ ਹੈ। ਰੇਲਵੇ ਸਟੇਸ਼ਨ ਮੁਗਲ ਸਰਾਏ, ਜੋ ਬਨਾਰਸ ਤੋਂ ਥੋੜਾ ਹੀ ਅਗਾਂਹ ਹੈ, ਤੋਂ ਪੂਰਬ ਨੂੰ ਜਾਣ ਵਾਲੀਆਂ 2 ਲਾਈਨਾਂ ਹੋ ਜਾਂਦੀਆਂ ਹਨ। ਉੱਤਰੀ ਲਾਈਨ ਪਟਨੇ ਦੇ ਰਸਤੇ ਲੰਘਦੀ ਹੈ
ਅਤੇ ਦੱਖਣੀ ਲਾਈਨ ਗਿਆ ਦੇ ਰਸਤੇ। ਦੋਵੇਂ ਲਾਈਨਾਂ ਅਗਾਂਹ ਜਾ ਕੇ ਸਟੇਸ਼ਨ ਲੱਖ ਸਰਾਏ ਉੱਤੇ ਫਿਰ ਮਿਲ ਜਾਂਦੀਆਂ ਹਨ। ਗਿਆ ਤੋਂ ਗੁਰੂ ਤੇਗ ਬਹਾਦਰ ਸਾਹਿਬ ਉੱਤਰ ਵੱਲ ਰੁਖ ਕਰਕੇ ਪਟਨੇ ਗਏ। ਪਹਿਲੀ ਉਦਾਸੀ ਸਮੇਂ ਗੁਰੂ ਨਾਨਕ ਦੇਵ ਜੀ ਪਟਨੇ 4 ਮਹੀਨੇ ਠਹਿਰੇ ਸਨ। ਸਾਲਸਰਾਏ ਜੋਹਰੀ ਅਤੇ ਉਸ ਦਾ ਨੌਕਰ ਅਦਰਕਾ ਸਿੱਖ ਬਣੇ ਸਨ। ਇੱਥੇ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਵੀ ਥਾਪਿਆ ਗਿਆ ਸੀ। ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਸ਼ਹਿਰ ਤੋਂ ਬਾਹਰ ਇੱਕ ਬਾਗ ਵਿੱਚ ਉਤਰੇ। ਇੱਕ ਇੰਬਲੀ ਦੇ ਰੁੱਖ ਹੇਠ ਹੁਣ ਤੱਕ ਉਹ ਥਾਂ ਗੁਰੂ ਕਾ ਬਾਗ ਸਦਾਉਂਦਾ ਹੈ। ਫਿਰ ਉੱਥੋਂ ਦਾ ਪ੍ਰਸਿੱਧ ਸ਼ਰਧਾਲੂ ਸਿੱਖ ਭਾਈ ਜੈਤਾ, ਜੋ ਹਲਵਾਈ ਦਾ ਕੰਮ ਕਰਦਾ ਸੀ, ਉਹਨਾਂ ਨੂੰ ਆਪਣੇ ਘਰ ਲੈ ਗਿਆ। ਕੁਝ ਦਿਨ ਸਤਿਗੁਰੂ ਜੀ ਪਟਨੇ ਵਿੱਚ ਟਿਕੇ। ਫਿਰ ਪਰਿਵਾਰ ਨੂੰ ਇੱਥੇ ਛੱਡ ਕੇ ਆਪ ਅਗਾਂਹ ਅਸਾਮ ਵੱਲ ਚੱਲ ਪਏ। ਮੁੰਗੇਰ ਬਿਹਾਰ ਪ੍ਰਾਂਤ ਦੇ ਵਿੱਚ ਹੀ ਪਟਨੇ ਤੋਂ 70-80 ਮੀਲਾਂ ਦੀ ਵਿੱਥ ਤੇ ਮੁੰਗੇਰ ਸ਼ਹਿਰ ਹੈ, ਗੰਗਾ ਦੇ ਕੰਢੇ ਤੇ। ਸਤਿਗੁਰੂ ਜੀ ਪਟਨੇ ਤੋਂ ਉੱਥੇ ਪਹੁੰਚੇ। ਅਗਾਂਹ ਪੂਰਬ ਵੱਲ ਨਗਰ ਭਾਗਲਪੁਰ ਗਏ, ਜੋ ਮੁੰਗੇਰ ਤੋਂ 25 ਮੀਲਾਂ ਤੇ ਹੈ। ਇੱਥੋਂ ਰਾਜ ਮਹਿਲ ਪਹੁੰਚੇ। ਰਾਜ ਮਹਿਲ ਭਾਗਲਪੁਰ ਤੋਂ ਪੂਰਬ ਵੱਲ 40 ਮੀਲਾਂ ਦੀ ਵਿੱਥ ਤੇ ਹੈ। ਬੰਗਾਲ ਪ੍ਰਾਂਤ ਅਗਾਂਹ ਬੰਗਾਲ ਪ੍ਰਾਂਤ ਦੀ ਹੱਦ ਆ ਗਈ। ਸਤਿਗੁਰੂ ਜੀ ਨੇ ਨਗਰ ਮਾਲਦਾ ਵਿੱਚ ਡੇਰਾ ਜਾ ਕੀਤਾ। ਇੱਥੋਂ ਦੱਖਣ ਵੱਲ ਦਾ ਰੁਖ ਕਰਕੇ 50 ਮੀਲਾਂ ਤੇ ਮੁਰਸ਼ਿਦਾਬਾਦ ਪਹੁੰਚੇ। ਇਸ ਸਾਰੇ ਇਲਾਕੇ ਵਿੱਚ ਰੇਸ਼ਮ ਦੀ ਘਰੇਲੂ ਦਸਤਕਾਰੀ ਬਹੁਤ ਸੀ। ਰੇਸ਼ਮ ਬੋਣੇ ਬਹੁਤ ਲੋਕ ਗੁਰੂ ਘਰ ਦੇ ਸ਼ਰਧਾਲੂ ਸਨ। ਢਾਕਾ ਮੁਰਸ਼ਿਦਾਬਾਦ ਤੋਂ 125 ਮੀਲ ਪੂਰਬ ਵੱਲ ਪੂਰਬੀ ਬੰਗਾਲ ਦਾ ਵੱਡਾ ਉੱਘਾ ਸ਼ਹਿਰ ਢਾਕਾ ਹੈ। ਗੁਰੂ ਨਾਨਕ ਦੇਵ ਜੀ ਵੀ ਪਹਿਲੀ ਉਦਾਸੀ ਸਮੇਂ ਉੱਥੇ ਗਏ ਸਨ। ਢਾਕਾ ਦੀ ਬਰੀਕ ਮਲਮਲ ਤੇ ਰੇਸ਼ਮੀ ਕੱਪੜੇ ਦੀ ਦਸਤਕਾਰੀ ਸਾਰੇ ਭਾਰਤ ਵਿੱਚ ਪ੍ਰਸਿੱਧ ਸੀ। ਗੁਰੂ ਨਾਨਕ ਦੇਵ ਜੀ ਨੇ ਬੰਗਾਲ ਵਿੱਚ ਪ੍ਰਚਾਰ ਕਰਨ ਲਈ ਢਾਕੇ ਨੂੰ ਕੇਂਦਰ ਥਾਪਿਆ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਢਾਕੇ ਪਹੁੰਚੇ, ਤਦੋਂ ਭਾਈ ਬਲਾਕੀ ਦਾਸ ਮਸੰਦ ਪ੍ਰਚਾਰਕ ਸੀ। ਅਸਾਮ ਤੇ ਬੰਗਾਲ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਢਾਕਾ ਇੱਕ ਉੱਘਾ ਕੇਂਦਰੀ ਅਸਥਾਨ ਸੀ। ਸਤਿਗੁਰੂ ਜੀ ਅਜੇ ਢਾਕੇ ਵਿੱਚ ਹੀ ਸਨ ਜਦੋਂ ਪਟਨੇ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ 26 ਦਸੰਬਰ ਸੰਨ 1666 ਨੂੰ ਜਨਮ ਲੈਣ ਦੀ ਖਬਰ ਆਈ। ਗੁਰੂ ਤੇਗ ਬਹਾਦਰ ਸਾਹਿਬ ਨੇ ਪਟਨੇ ਦੀ ਸੰਗਤ ਨੂੰ ਧੰਨਵਾਦ ਦੀ ਚਿੱਠੀ ਲਿਖੀ ਕਿ ਸੰਗਤ ਨੇ ਉਹਨਾਂ ਦੇ ਪਰਿਵਾਰ ਦੀ ਸੇਵਾ ਆਦਿਕ ਦਾ ਪੂਰਾ ਧਿਆਨ ਰੱਖਿਆ। ਅਗਾਂਹ ਨੂੰ ਵੀ ਅਜੇ ਧਿਆਨ ਰੱਖਣ ਦੀ ਤਾਕੀਦ ਲਿਖੀ ਅਤੇ ਆਪ ਢਾਕੇ ਤੋਂ ਅਸਾਮ ਪ੍ਰਾਂਤ ਵੱਲ ਚੱਲ ਪਏ। ਪੰਜਵਾਂ ਕਾਂਡ, ਅਸਾਮ ਪ੍ਰਾਂਤ ਦੀ ਭੂਗੋਲਿਕ ਜਾਣ ਪਛਾਣ। ਨਕਸ਼ੇ ਤੇ ਵੇਖੋ, ਅਸਾਮ ਇੱਕ ਤਿਕੋਣ ਜਿਹੀ ਸ਼ਕਲ ਵਾਲਾ ਪ੍ਰਾਂਤ ਹੈ। ਇਸ ਲਈ ਉੱਪਰਲੀ ਬਾਹੀ ਹਿਮਾਲਾ ਪਰਬਤ ਦੇ ਨਾਲ ਸ਼ਹਿਰ ਸਦੀਆਂ ਤੋਂ ਲੈ ਕੇ ਸਿੱਧੀ ਪੱਛਮ ਵੱਲ 400 ਮੀਲਾਂ ਤੱਕ ਕੂਚ ਬਿਹਾਰ ਤੇ ਆ ਮੁੱਕਦੀ ਹੈ। ਬਾਕੀ ਦੋਵੇਂ ਤਿਰਛੀਆਂ ਬਾਹੀਆਂ ਸਦੀਆਂ ਤੋਂ ਅਤੇ ਕੂਚ ਬਿਹਾਰ ਤੋਂ ਚੱਲ ਕੇ ਲੋਸ਼ਾਈ ਪਹਾੜੀਆਂ ਦੇ ਹੇਠ ਵਾਰ ਮਿਲ ਕੇ ਨੁੱਕਰ ਬਣਾ ਦਿੰਦੀਆਂ ਹਨ। ਅਸਾਮ ਦੇ 13 ਜ਼ਿਲ੍ਹੇ ਹਨ: ਸਦੀਆ, ਲਖੀਮਪੁਰ, ਡਿਬਰੂਗੜ੍ਹ, ਦਰਾਂਗ, ਤੇਜਪੁਰ, ਕਾਮਰੂਪ, ਗੁਹਾਟੀ ਅਤੇ ਗਵਾਲਪਾੜਾ। ਇਹ 6 ਜ਼ਿਲ੍ਹੇ ਉੱਪਰਲੀ ਬਾਹੀ ਦੇ ਨਾਲ ਹਨ। ਸਦੀਆ ਧੁਰ ਪੂਰਬ ਦੀ ਗੁੱਠੇ ਹੈ ਅਤੇ ਗਵਾਲਪਾੜਾ ਕੂਚ ਬਿਹਾਰ ਦੇ ਨਾਲ ਲਗਵਾ ਹੈ। ਬਾਕੀ ਦੇ 7 ਜ਼ਿਲ੍ਹੇ ਦੂਜੀਆਂ ਬਾਹੀਆਂ ਦੇ ਨਾਲ ਹਨ। ਦਰਿਆ ਬ੍ਰਹਮਪੁੱਤਰ ਹਿਮਾਲਾ ਪਰਬਤ ਦੀ ਹਜ਼ਾਰਾਂ ਮੀਲ ਲੰਮੀ ਧਾਰਾ ਭਾਰਤ ਦੀ ਧੁਰ ਉੱਤਰ ਪੂਰਬੀ ਗੁੱਠ ਵੱਲ ਜਾ ਕੇ ਪਾਟਦੀ ਹੈ, ਜਿੱਥੋਂ ਦੀ
ਤਿੱਬਤ ਦੀਆਂ ਉੱਚੀਆਂ ਪਰਬਤੀ ਪੱਧਰਾਂ ਦੇ ਪਾਣੀ ਵਹਿ ਕੇ ਹਿੰਦੁਸਤਾਨ ਵਿੱਚ ਦਾਖਲ ਹੁੰਦੇ ਹਨ। ਇਹਨਾਂ ਦੇ ਹੇਠਲੇ ਪਾਸੇ ਗਾਰੋ, ਖਾਸੀ, ਜੈਂਤੀਆ ਅਤੇ ਨਾਗਾ ਪਹਾੜੀਆਂ ਦੀ ਕੰਧ ਬਣੀ ਹੋਈ ਹੈ, ਜੋ ਪਾਣੀ ਦੇ ਉਹਨਾਂ ਹੜ੍ਹਾਂ ਨੂੰ ਦੱਖਣ ਵੱਲ ਨਹੀਂ ਲੰਘਣ ਦਿੰਦੀ। ਉਹ ਅਸਗਾਹ ਪਾਣੀ ਡੂੰਘੀ ਚੌੜੀ ਨਦੀ ਦੀ ਸ਼ਕਲ ਵਿੱਚ ਸਦੀਆਂ ਤੋਂ ਸ਼ਹਿਰ ਧੂਬਰੀ ਤੱਕ 400 ਮੀਲ ਲਹਿੰਦੇ ਵੱਲ ਲਹਿੰਦਾ ਜਾਂਦਾ ਹੈ ਅਤੇ ਧੂਬਰੀ ਤੋਂ ਸਿੱਧਾ ਦੱਖਣ ਵੱਲ ਪੈ ਕੇ ਗੋਲੁੰਡੋ ਦੇ ਪਾਸ ਦਰਿਆ ਗੰਗਾ ਵਿੱਚ ਆ ਰਲਦਾ ਹੈ। ਇਹ ਹੈ ਦਰਿਆ ਬ੍ਰਹਮਪੁੱਤਰ। ਹੋਰ ਨਦੀਆਂ ਹਿਮਾਲਾ ਪਰਬਤ ਦੀਆਂ ਬੇਅੰਤ ਬਾਰਿਸ਼ਾਂ ਦੇ ਕਾਰਨ ਮੀਂਹ ਦਾ ਅਸਗਾਹ ਪਾਣੀ ਪਰਬਤ ਤੋਂ ਹੇਠ ਵਾਰ ਅਸਾਮ ਵੱਲ ਕਈ ਡੂੰਘੀਆਂ ਪਹਾੜੀ ਨਦੀਆਂ ਬਣਾਉਂਦਾ ਆਉਂਦਾ ਹੈ। ਬ੍ਰਹਮਪੁੱਤਰ ਦੇ ਉੱਤਰੀ ਪਾਸੇ ਵੀ ਅਸਾਮ ਪ੍ਰਾਂਤ ਦਾ ਬਹੁਤ ਸਾਰਾ ਹਿੱਸਾ ਹੈ। ਇਹ ਹਿੱਸਾ ਹਿਮਾਲਾ ਪਰਬਤ ਵੱਲੋਂ ਆਉਣ ਵਾਲੀਆਂ ਨਦੀਆਂ ਨੇ ਕਈ ਹਿੱਸਿਆਂ ਵਿੱਚ ਕੱਟ ਦਿੱਤਾ ਹੈ। ਉਹਨਾਂ ਵਿੱਚੋਂ ਮਸ਼ਹੂਰ ਨਦੀਆਂ ਇਹ ਹਨ: ਪੂਰਬ ਵੱਲੋਂ ਸ਼ੁਰੂ ਕਰਕੇ ਪੜਾਲੀ ਬਾੜ ਨਦੀ, ਮੋਨਾਸ ਅਤੇ ਸੂਣਕੋਸ਼ੀ। ਦਰਿਆ ਸੂਣਕੋਸ਼ੀ ਤੋਂ ਲਹਿੰਦੇ ਪਾਸੇ ਕੂਚ ਬਿਹਾਰ ਹੈ ਅਤੇ ਚੜ੍ਹਦੇ ਪਾਸੇ ਅਸਾਮ। ਬਰਮਾ ਦੀ ਹੱਦ ਅਸਾਮ ਦੇ ਪੂਰਬ ਵੱਲ ਬਰਮਾ ਦੇਸ਼ ਹੈ। ਦੋਹਾਂ ਦੇ ਵਿਚਕਾਰ ਨਾਗਾ ਪਹਾੜੀਆਂ ਅਤੇ ਪਟਕੋਈ ਪਹਾੜੀਆਂ ਦੀ ਕੁਦਰਤੀ ਹੱਦ ਹੈ। ਅਸਾਮ ਦੀ ਕੁਦਰਤੀ ਰਾਖੀ ਅਸਾਮ ਦੇ ਉੱਤਰ ਪੂਰਬ ਅਤੇ ਦੱਖਣ ਵੱਲ ਪਹਾੜ ਹੀ ਪਹਾੜ ਹਨ। ਇਹਨਾਂ ਦੇ ਪੈਰਾਂ ਵਿੱਚ ਜੰਗਲੀ ਕਬੀਲੇ ਵੱਸਦੇ ਹਨ। ਇਹਨਾਂ ਪਾਸਿਆਂ ਤੋਂ ਅਸਾਮ ਉੱਤੇ ਕੋਈ ਵੈਰੀ ਦੇਸ਼ ਚੜ੍ਹਾਈ ਨਹੀਂ ਸੀ ਕਰ ਸਕਦਾ। ਪੱਛਮੀ ਪਾਸਾ ਢਲਦਾ ਉੱਤਰੀ ਬੰਗਾਲ ਦੇ ਮੈਦਾਨਾਂ ਨਾਲ ਪੱਧਰਾ ਹੋ ਕੇ ਜਾ ਮਿਲਦਾ ਹੈ। ਪਹਿਲੀ ਹੀ ਨਾਲ ਲਗਵੀਂ ਰਿਆਸਤ ਕੂਚ ਬਿਹਾਰ ਹੈ। ਇਹੀ ਪਾਸਾ ਹੈ ਜਿੱਥੋਂ ਦੀ ਬ੍ਰਹਮਪੁੱਤਰ ਦੇ ਉੱਤਰੀ ਅਸਾਮ ਉੱਤੇ ਹਮਲੇ ਹੁੰਦੇ ਰਹੇ ਹਨ। ਅਸਾਮ ਉੱਤੇ ਹਮਲਾ ਕਰਨ ਦਾ ਇੱਕ ਹੋਰ ਪਾਸਾ ਵੀ ਹੈ ਜੋ ਕਦੇ-ਕਦੇ ਕਿਸੇ ਮਨ ਚਲੇ ਨੇ ਹੀ ਵਰਤਿਆ ਹੈ। ਉਹ ਹੈ ਪੂਰਬੀ ਬੰਗਾਲ ਦੇ ਪ੍ਰਸਿੱਧ ਸ਼ਹਿਰ ਢਾਕੇ ਤੋਂ। ਬ੍ਰਹਮਪੁੱਤਰ ਦੀ ਖੱਬੀ ਬਾਹੀ ਦੇ ਨਾਲ ਗਾਰੋ ਪਹਾੜੀਆਂ ਦਾ ਪੱਛਮੀ ਪਾਸਾ ਲੰਘ ਕੇ ਢਾਕੇ ਪਹੁੰਚੀਦਾ ਹੈ। ਪਰ ਇਸ ਪਾਸੇ ਵੱਲੋਂ ਦੱਖਣੀ ਅਸਾਮ ਉੱਤੇ ਹਮਲਾ ਕਰਨਾ ਹੈ ਬੜਾ ਖਤਰਨਾਕ। ਜੰਗੀ ਬੇੜਿਆਂ ਦੀ ਮਦਦ ਨਾਲ ਹੀ ਇਹ ਮੁਹਿੰਮ ਆਰੰਭੀ ਜਾ ਸਕਦੀ ਹੈ। ਜੇ ਦਰਿਆ ਬ੍ਰਹਮਪੁੱਤਰ ਦਾ ਕਬਜ਼ਾ ਖੁੱਸ ਜਾਏ ਤਾਂ ਉਤਲੇ ਪਾਸਿਓਂ ਅਸਾਮੀਆਂ ਦੀ ਦਰਿਆਈ ਤਾਕਤ ਅਤੇ ਹੇਠਾਂ ਦੱਖਣੀ ਪਹਾੜੀਆਂ ਦੇ ਜੰਗਲੀ ਲੋਕ ਇਹਨਾਂ ਵਿੱਚ ਫਸ ਕੇ ਹਮਲਾਵਰ ਘੁਣ ਵਾਂਗ ਪਿਸ ਜਾਂਦਾ ਹੈ। ਅਹੋਮੀ ਕਬੀਲਾ। ਅਸਾਮ ਦਾ ਨਕਸ਼ਾ ਵੇਖੋ। ਜ਼ਿਲ੍ਹਾ ਸਦੀਆ ਅਤੇ ਸਿਬ ਸਾਗਰ ਦਾ ਇਲਾਕਾ ਉੱਤਰੀ ਬਰਮਾ ਦੇ ਨਾਲ ਲੱਗਦਾ ਹੈ। ਦੋਹਾਂ ਨੂੰ ਪਟਕੋਈ ਪਹਾੜੀਆਂ ਨਖੇੜਦੀਆਂ ਹਨ। ਉੱਤਰੀ ਬਰਮਾ ਵਿੱਚ ਸ਼ਾਨ ਕੌਮ ਦਾ ਅਹੋਮ ਕਬੀਲਾ ਵੱਸਦਾ ਹੈ। 13ਵੀਂ ਸਦੀ ਵਿੱਚ ਇੱਕ ਅਹੋਮ ਸਰਦਾਰ ਕੁਝ ਮਨਚਲੇ ਸਾਥੀਆਂ ਨੂੰ ਨਾਲ ਲੈ ਕੇ ਪਟਕੋਈ ਪਹਾੜੀਆਂ ਲੰਘ ਕੇ ਬ੍ਰਹਮਪੁੱਤਰ ਤੋਂ ਹੇਠ ਵਾਰ ਸਦੀਆ ਦੇ ਇਲਾਕੇ ਵਿੱਚ ਆ ਵਸਿਆ। ਸਹਿਜੇ ਅਹੋਮੀਆਂ ਨੇ ਪੱਛਮ ਵੱਲ ਵਧਣਾ ਸ਼ੁਰੂ ਕਰ ਦਿੱਤਾ। ਸਾਰਾ ਸਿਬ ਸਾਗਰ ਆ ਮੱਲਿਓ ਨੇ। ਇੱਧਰ ਦੇ ਵਸਨੀਕ ਵੀ ਇਹਨਾਂ ਦੇ ਭਰਾ ਭਾਈ ਹੀ ਸਨ। ਰਲਵੀਂ ਤਕੜੀ ਤਾਕਤ ਬਣ ਗਈ। ਕਾਮਰੂਪ ਤੱਕ ਅੱਪੜ ਗਏ। ਉੱਤਰ ਪੱਛਮ ਵਿੱਚ ਬਾੜ ਨਦੀ ਤੱਕ ਅਤੇ ਦੱਖਣ ਪੱਛਮ ਵਿੱਚ ਕਲਾਂਗ ਦਰਿਆ ਤੱਕ। ਪਹਿਲਾਂ ਤਾਂ ਇਹ ਜੰਗਲੀ ਹੀ ਸਨ, ਪਰ ਕੂਚ ਬਿਹਾਰ ਨਾਲ ਨਾਤੇ ਰਿਸ਼ਤੇ ਹੋਣ ਕਰਕੇ ਇਹਨਾਂ ਵੀ ਹਿੰਦੂ ਮਤ ਗ੍ਰਹਿਣ ਕਰ ਲਿਆ। ਸ਼ੰਕਰ ਦੇਵ ਦੇ ਪ੍ਰਚਾਰੇ ਵੈਸ਼ਨਵ ਮਤ ਨੇ ਇੱਥੇ ਪੱਕੀਆਂ ਨੀਹਾਂ ਗੱਡ ਲਈਆਂ। ਅਹੋਮੀਏ ਪੱਕੇ ਹਿੰਦੂ ਬਣ ਗਏ। ਨਾਮ ਵੀ ਪੱਕੇ ਹਿੰਦੂਆਂ ਵਾਲੇ ਹੀ ਰੱਖਣ ਲੱਗ ਪਏ। ਅਹੋਮੀਆਂ ਅਤੇ ਮੁਗਲਾਂ ਦੀ ਨਿੱਕੀ ਜਿਹੀ ਟੱਕਰ। ਜਹਾਂਗੀਰ ਦੇ ਵੇਲੇ ਮੁਗਲ ਹਕੂਮਤ ਨੇ
ਕਾਮਰੂਪ ਉੱਤੇ ਕਬਜ਼ਾ ਕਰ ਲਿਆ। ਕਾਮਰੂਪ ਦੇ ਇੱਕ ਰਾਜਕੁਮਾਰ ਨੇ ਅਹੋਮੀਆਂ ਦੀ ਸ਼ਰਨ ਲੈ ਲਈ, ਕਿਉਂਕਿ ਕਾਮਰੂਪ ਦੇ ਚੜ੍ਹਦੇ ਪਾਸੇ ਬਾੜ ਨਦੀ ਤੋਂ ਪਾਰ ਅਹੋਮੀਆਂ ਦਾ ਇਲਾਕਾ ਸੀ। ਮੁਗਲ ਹਕੂਮਤ ਨੇ ਅਹੋਮੀਆਂ ਨਾਲ ਵੀ ਜਾ ਟੱਕਰ ਲਈ। ਸ਼ਾਹਜਹਾਨ ਦੇ ਵੇਲੇ ਸੰਨ 1638 ਵਿੱਚ ਦੋਹੀਂ ਧਿਰੀ ਰਾਜ਼ੀਨਾਮਾ ਹੋ ਗਿਆ, ਜਿਸ ਅਨੁਸਾਰ ਬਾੜ ਨਦੀ ਤੋਂ ਪੱਛਮ ਵੱਲ ਦਾ ਇਲਾਕਾ ਮੁਗਲ ਰਾਜ ਦਾ ਪੱਕਾ ਹੋ ਗਿਆ। ਇਹ ਰਾਜ਼ੀਨਾਮਾ ਸੰਨ 1659 ਤੱਕ 21 ਸਾਲ ਟਿਕਿਆ ਰਿਹਾ। ਕੂਚ ਬਿਹਾਰ ਦੇ ਹੇਠਲੇ ਪਾਸਿਓਂ ਬੰਗਾਲ ਦੇ ਪਠਾਨ ਹਾਕਮਾਂ ਦਾ ਅਤੇ ਪੂਰਬ ਵੱਲੋਂ ਕਾਮਰੂਪ ਦੇ ਰਾਜਿਆਂ ਦਾ ਡਰ ਰਹਿੰਦਾ ਸੀ। ਇਸ ਵਾਸਤੇ ਉਹ ਸਦਾ ਮੁਗਲ ਸਰਕਾਰ ਦੇ ਵਫਾਦਾਰ ਰਹਿੰਦੇ ਸਨ। ਸੰਨ 1657 ਵਿੱਚ ਜਦੋਂ ਔਰੰਗਜ਼ੇਬ ਦਾ ਭਰਾ ਸੁਜਾ ਫੌਜ ਲੈ ਕੇ ਬੰਗਾਲ ਵੱਲੋਂ ਚਲਾ ਗਿਆ, ਕੂਚ ਬਿਹਾਰ ਦੇ ਰਾਜੇ ਨੇ ਕਾਮਰੂਪ ਦੇ ਮੁਗਲ ਹਿੱਸੇ ਉੱਤੇ ਹੱਲਾ ਬੋਲ ਦਿੱਤਾ। ਉਧਰੋਂ ਅਹੋਮੀਆਂ ਨੇ ਦਰਿਆ ਕਲਾਂਗ ਉੱਤੇ ਪੁਲ ਬੰਨ ਲਿਆ। ਉਹ ਵੀ ਕਾਮਰੂਪ ਵੱਲ ਵਧੇ। ਗੁਹਾਟੀ ਕਾਮਰੂਪ ਦਾ ਫੌਜਦਾਰ ਦੋ ਪਾਸੀ ਹੱਲਾ ਵੇਖ ਕੇ ਬੇੜੀਆਂ ਰਾਹੀਂ ਢਾਕੇ ਨੂੰ ਭੱਜ ਗਿਆ। ਅਹੋਮੀਆਂ ਨੇ ਸਾਰੇ ਕਾਮਰੂਪ ਉੱਤੇ ਹੀ ਕਬਜ਼ਾ ਕਰ ਲਿਆ। ਉਹਨਾਂ ਦੀ ਹੱਦ ਕਾਲੀ ਬਾੜੀ ਤੱਕ ਹੋ ਗਈ, ਜੋ ਢਾਕੇ ਤੋਂ ਸਿਰਫ 5 ਦਿਨਾਂ ਦਾ ਰਾਹ ਹੈ। ਇਹ ਜ਼ਿਕਰ ਸੰਨ 1658 ਦਾ ਹੈ। ਸੰਨ 1660 ਤੱਕ ਅਹੋਮੀ ਮੌਜ ਵਿੱਚ ਟਿਕੇ ਰਹੇ। ਸ਼ਾਹੀ ਫੌਜ ਦਾ ਹਮਲਾ ਅਤੇ ਦੁਰਗਤ। ਔਰੰਗਜ਼ੇਬ ਨੇ ਮੀਰ ਜੁਮਲਾ ਨੂੰ ਬੰਗਾਲ ਦਾ ਗਵਰਨਰ ਬਣਾ ਕੇ ਭੇਜਿਆ। ਫੌਜ ਅਤੇ ਦਰਿਆਈ ਬੇੜਾ ਲੈ ਕੇ ਮੀਰ ਜੁਮਲਾ 1 ਨਵੰਬਰ ਸੰਨ 1661 ਨੂੰ ਢਾਕੇ ਤੋਂ ਚੱਲ ਪਿਆ। ਪਹਿਲਾਂ ਉਸ ਨੇ ਕੂਚ ਬਿਹਾਰ ਸਰ ਕੀਤਾ, ਫਿਰ ਅਸਾਮ ਉੱਤੇ ਹਮਲਾ ਕਰਨ ਲਈ 4 ਜਨਵਰੀ 1662 ਨੂੰ ਮੀਰ ਜੁਮਲਾ ਰੰਗਾ ਮਾਟੀ ਪਹੁੰਚਿਆ। ਰੰਗਾ ਮਾਟੀ ਕਾਮਰੂਪ ਦੀ ਪੱਛਮੀ ਸਰਹੱਦ ਉੱਤੇ ਹੈ। 2.5 ਮਹੀਨਿਆਂ ਵਿੱਚ ਹੀ ਮੁਗਲ ਫੌਜ ਨੇ ਅਹੋਮੀਆਂ ਤੋਂ ਸਾਰੇ ਇਲਾਕੇ ਖੋਹ ਕੇ ਉਹਨਾਂ ਦੀ ਆਪਣੀ ਰਾਜਧਾਨੀ ਗੜਗਾਉਂ ਨੂੰ ਭਜਾ ਦਿੱਤਾ। ਅਹੋਮੀ ਰਾਜਾ ਬਾੜ ਗੁਹੈਨ ਅਸਾਮ ਦੀ ਆਖਰੀ ਗੁੱਠੇ ਕਾਮਰੂਪ ਵਿੱਚ ਜਾ ਲੁਕਿਆ। ਹੁਣ ਉੱਤੋਂ ਵਰਖਾ ਰੁੱਤ ਆ ਗਈ। ਅਹੋਮੀਏ ਫਿਰ ਉੱਠ ਪਏ। ਮੁਗਲ ਘੇਰੇ ਵਿੱਚ ਆ ਗਏ। ਅਗਸਤ ਵਿੱਚ ਮਲੇਰੀਆ ਤਾਪ ਟੁੱਟ ਕੇ ਆ ਪਿਆ। ਜੰਗ ਦੇ ਕਾਰਨ ਕਾਲ ਪੈ ਗਿਆ। ਸਤੰਬਰ ਦੇ ਤੀਜੇ ਹਫ਼ਤੇ ਵਿੱਚ ਕੁਝ ਠੰਡ ਢੰਡੋਰਾ ਹੋਇਆ। ਜੰਗ, ਕਾਲ ਅਤੇ ਮਰੀ ਦੇ ਕਾਰਨ ਅਹੋਮੀਆਂ ਦਾ ਵੀ ਲੱਕ ਟੁੱਟ ਗਿਆ ਸੀ। ਦੋਵੇਂ ਧਿਰਾਂ ਹੰਬ ਗਈਆਂ ਸਨ। ਮੁਗਲ ਫੌਜੀ ਉਸ ਦੇਸ਼ ਦੇ ਹੜ੍ਹਾਂ, ਭੁਚਾਲਾਂ, ਬਿਮਾਰੀਆਂ ਅਤੇ ਜਾਦੂ ਤੋਂ ਤੰਗ ਸਨ। ਦੋਵੱਲੀ ਸੁਲ੍ਹਾ ਦੀ ਮੰਗ ਹੋਈ। ਸ਼ਰਤਾਂ ਤੈਅ ਹੋ ਗਈਆਂ। ਇਹ ਜ਼ਿਕਰ ਜਨਵਰੀ 1663 ਦਾ ਹੈ। ਮੁਗਲਾਂ ਦੀ ਬੇਕੌਲੀ। ਮੀਰ ਜੁਮਲਾ ਉੱਥੋਂ ਵਾਪਸੀ ਤੇ ਮਲੇਰੀਏ ਤਾਪ ਨਾਲ 30 ਮਾਰਚ ਸੰਨ 1663 ਨੂੰ ਫੌਤ ਹੋ ਗਿਆ। ਉਸ ਦੇ ਪਿੱਛੋਂ ਸਥਾਨਕ ਮੁਗਲ ਹਾਕਮਾਂ ਨੇ ਸੁਲ੍ਹਾ ਦੀਆਂ ਸ਼ਰਤਾਂ ਭੰਨ ਦਿੱਤੀਆਂ। ਕੂਚ ਬਿਹਾਰ ਦੇ ਲੋਕਾਂ ਨੂੰ ਬਹੁਤ ਔਖਾ ਕਰਨ ਲੱਗ ਪਏ। ਆਖਰ ਕੂਚ ਬਿਹਾਰ ਮੁਗਲਾਂ ਦੇ ਹੱਥੋਂ ਨਿਕਲ ਗਿਆ। ਅਹੋਮੀ ਨਵਾਂ ਰਾਜਾ ਚਕਰਧਵਜ ਵੀ, ਜੋ ਨਵੰਬਰ 1663 ਵਿੱਚ ਗੱਦੀ ਤੇ ਬੈਠਾ ਸੀ, ਮੁਗਲ ਹਾਕਮਾਂ ਦੀ ਬਦਸਲੂਕੀ ਤੋਂ ਬਹੁਤ ਤੰਗ ਆ ਗਿਆ। ਆਂਢ ਗੁਆਂਢ ਦੇ ਛੋਟੇ ਵੱਡੇ ਸਰਦਾਰਾਂ ਨਾਲ ਮੇਲ ਕਰਕੇ ਅਹੋਮੀਆਂ ਨੇ ਮੁਗਲਾਂ ਦੇ ਮੱਲੇ ਹੋਏ ਅਸਾਮੀ ਇਲਾਕੇ ਉੱਤੇ ਹੱਲਾ ਕਰ ਦਿੱਤਾ। ਇੱਕੋ ਹੀ ਹੱਲੇ ਨਾਲ ਅਹੋਮੀ ਗੁਹਾਟੀ ਤੱਕ ਆ ਪਹੁੰਚੇ। ਉਹਨਾਂ ਦੀ ਹੱਦ ਮੁਨਾਸ ਦਰਿਆ ਤੱਕ ਆ ਪਹੁੰਚੀ। ਇਹ ਜ਼ਿਕਰ ਨਵੰਬਰ 1667 ਦਾ ਹੈ। ਇਹ ਸਨ ਰਾਜਸੀ ਹਾਲਾਤ ਜਦੋਂ ਗੁਰੂ ਤੇਗ ਬਹਾਦਰ ਸਾਹਿਬ
ਅਸਾਮ ਵਿੱਚ ਗਏ ਸਨ। 6ਵਾਂ ਕਾਂਡ ਰਾਜਾ ਰਾਮ ਸਿੰਘ ਅਸਾਮ ਨੂੰ। ਔਰੰਗਜ਼ੇਬ ਦਾ ਇਤਬਾਰੀ ਸਿਆਣਾ ਤਜਰਬੇਕਾਰ ਜਰਨੈਲ ਮੀਰ ਜੁਮਲਾ ਅਸਾਮ ਦੀ ਮੁਹਿੰਮ ਵਿੱਚ 30 ਮਾਰਚ 1663 ਨੂੰ ਮਲੇਰੀਏ ਨਾਲ ਮਰ ਗਿਆ। ਉਸ ਦੀ ਮੌਤ ਮੁਗਲ ਹਕੂਮਤ ਵਾਸਤੇ ਇੱਕ ਕਾਰੀ ਸੱਟ ਸੀ। ਸੰਨ 1662 ਦੀਆਂ ਗਰਮੀਆਂ ਵਿੱਚ ਔਰੰਗਜ਼ੇਬ ਸਖਤ ਬਿਮਾਰ ਹੋ ਗਿਆ ਸੀ। ਉਸ ਤੋਂ ਪਿੱਛੋਂ ਸ਼ਾਹੀ ਹਕੀਮਾਂ ਦੇ ਮਸ਼ਵਰੇ ਤੇ ਉਹ ਕਸ਼ਮੀਰ ਗਿਆ, ਜਿੱਥੋਂ 19 ਜਨਵਰੀ ਸੰਨ 1664 ਨੂੰ ਉਹ ਵਾਪਸ ਦਿੱਲੀ ਪਹੁੰਚਿਆ ਸੀ। ਉੱਤਰੀ ਅਸਾਮ ਦੇ ਨਿੱਕੇ ਜਿਹੇ ਅਹੋਮ ਕਬੀਲੇ ਨੇ ਆਪਣੇ ਦੇਸ਼ ਦੇ ਭੂਗੋਲਿਕ ਹਾਲਾਤ ਦੀ ਮਦਦ ਨਾਲ ਇਤਨੀ ਵੱਡੀ ਮੁਗਲ ਹਕੂਮਤ ਨੂੰ ਚੰਗੇ ਹੱਥ ਵਿਖਾਏ ਸਨ। ਫਿਰ ਦੋਹਾਂ ਧਿਰਾਂ ਨੇ ਜੰਗ ਦੀ ਤਬਾਹੀ ਤੋਂ ਥੱਕ ਅੱਕ ਕੇ ਆਖਰੀ ਸੁਲਾਹ ਕਰ ਲਈ ਸੀ, ਪਰ ਸਥਾਨਕ ਮੁਗਲ ਹਾਕਮਾਂ ਦੀ ਹੈਂਕੜ ਨੇ ਇਹ ਸੁਲਾਹ ਬਹੁਤਾ ਚਿਰ ਟਿਕੀ ਨਾ ਰਹਿਣ ਦਿੱਤੀ। ਸੰਨ 1667 ਵਿੱਚ ਕੂਚ ਬਿਹਾਰ ਆਕੀ ਹੋ ਗਿਆ ਅਤੇ ਅਹੋਮੀਆਂ ਨੇ ਵੀ ਦਰਿਆ ਮਨਾਸ ਤੱਕ ਦੇ ਇਲਾਕੇ ਉੱਤੇ ਕਬਜ਼ਾ ਕਰ ਲਿਆ। ਉਸ ਵਕਤ ਅਹੋਮੀ ਕਬੀਲੇ ਦਾ ਰਾਜਾ ਚਕਰਧਵਜ ਸੀ। ਮੁਗਲ ਸਰਦਾਰ ਮੀਰ ਜੁਮਲੇ ਦਾ ਅਤੇ ਉਸ ਦੀ ਫੌਜ ਦਾ ਹਸ਼ਰ ਸੁਣ ਵੇਖ ਚੁੱਕੇ ਸਨ। ਵੱਸੇ ਕੋਈ ਵੀ ਉਧਰ ਮੂੰਹ ਕਰਨ ਨੂੰ ਤਿਆਰ ਨਹੀਂ ਸੀ। ਔਰੰਗਜ਼ੇਬ ਨੇ ਦਸੰਬਰ ਸੰਨ 1667 ਵਿੱਚ ਮਿਰਜ਼ਾ ਰਾਜਾ ਜੈ ਸਿੰਘ ਦੇ ਪੁੱਤਰ ਰਾਜਾ ਰਾਮ ਸਿੰਘ ਨੂੰ ਅਸਾਮ ਵੱਲ ਜਾਣ ਦਾ ਹੁਕਮ ਦਿੱਤਾ। ਅਸਲ ਵਿੱਚ ਰਾਮ ਸਿੰਘ ਨੂੰ ਇਹ ਸਜ਼ਾ ਦਿੱਤੀ ਗਈ ਸੀ। ਸੇਵਾ ਜੀ ਆਗਰੇ ਦੇ ਕਿਲੇ ਵਿੱਚੋਂ ਨਿਕਲ ਗਿਆ ਸੀ। ਔਰੰਗਜ਼ੇਬ ਨੂੰ ਸ਼ੱਕ ਸੀ ਕਿ ਉਸ ਦੇ ਨੱਸਣ ਵਿੱਚ ਰਾਜਾ ਰਾਮ ਸਿੰਘ ਦਾ ਵੀ ਹੱਥ ਸੀ। ਰਾਜਾ ਰਾਮ ਸਿੰਘ ਨੂੰ ਆਪਣੇ ਹੀ ਤਨਖਾਹਦਾਰ 4000 ਰਾਜਪੂਤ ਲੈ ਜਾਣੇ ਪਏ ਸਨ। ਮੁਗਲ ਫੌਜ ਦੇ ਸਿਰਫ 1500 ਸਿਪਾਹੀ ਹੀ ਉਸ ਨੂੰ ਮਦਦ ਵਾਸਤੇ ਮਿਲੇ ਸਨ। ਰਾਜਾ ਰਾਮ ਸਿੰਘ ਬੜੇ ਟੁੱਟੇ ਹੋਏ ਦਿਲ ਨਾਲ ਅਸਾਮ ਵੱਲ ਆ ਰਿਹਾ ਸੀ, ਪਰ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਵਿੱਚ ਗਏ ਹੋਏ ਹਨ, ਤਾਂ ਉਸ ਨੂੰ ਕੁਝ ਢਾਸ ਮਿਲਦੀ ਰਹੀ। ਫਰਵਰੀ ਸੰਨ 1669 ਵਿੱਚ ਰਾਜਾ ਰਾਮ ਸਿੰਘ ਰੰਗਾਮਾਟੀ ਪਹੁੰਚਿਆ, ਜੋ ਕਾਮਰੂਪ ਦੀ ਪੱਛਮੀ ਸਰਹੱਦ ਉੱਤੇ ਹੈ। ਅਹੋਮੀ ਕੌਮ ਹੀ ਉੱਠ ਖਲੋਤੀ। ਦਰਿਆਈ ਤਾਕਤ ਵੀ ਅਹੋਮੀਆਂ ਦੇ ਹੱਥ ਸੀ। ਨਾਗਾ ਕਬੀਲਾ ਵੀ ਉਹਨਾਂ ਦੇ ਨਾਲ ਰਲ ਗਿਆ। ਰਾਜਾ ਰਾਮ ਸਿੰਘ ਨੂੰ ਇੱਕ ਹੋਰ ਘਾਟਾ ਵੀ ਰਿਹਾ। ਗੁਹਾਟੀ ਦਾ ਮੁਗਲ ਫੌਜਦਾਰ ਰਸ਼ੀਦ ਖਾਂ ਉਸ ਦਾ ਹੁਕਮ ਨਹੀਂ ਸੀ ਮੰਨਦਾ। ਦੋਹਾਂ ਦੀ ਖਟਪਟੀ ਹੀ ਲੱਗੀ ਰਹੀ। ਸ਼ਾਹੀ ਦਲ ਅਤੇ ਅਹੋਮੀਆਂ ਦੀ ਟੱਕਰ। ਰੰਗਾਮਾਟੀ ਨੂੰ ਪੈਂਤੜਾ ਬਣਾ ਕੇ ਰਾਮ ਸਿੰਘ ਬ੍ਰਹਮਪੁੱਤਰ ਦੇ ਉੱਤਰੀ ਕੰਢੇ ਦੇ ਨਾਲ ਵਧਿਆ। ਅਹੋਮੀਏ ਪਿਛਾਂਹ ਹਟਦੇ ਗਏ। ਬਾੜ ਨਦੀ ਤੱਕ ਇੱਥੇ ਟਾਕਰਾ ਹੋਇਆ। ਰਾਮ ਸਿੰਘ ਨੂੰ ਕਾਮਯਾਬੀ ਨਾ ਹੋਈ। 4 ਮਹੀਨੇ ਪਰਸਪਰ ਝੜਪਾਂ ਹੁੰਦੀਆਂ ਰਹੀਆਂ। ਗੁਰੂ ਤੇਗ ਬਹਾਦਰ ਸਾਹਿਬ ਉੱਤਰੀ ਅਸਾਮ ਵਿੱਚ। ਗੁਰੂ ਤੇਗ ਬਹਾਦਰ ਸਾਹਿਬ ਦੱਖਣੀ ਅਸਾਮ ਵੱਲੋਂ ਹੋ ਕੇ ਉਨੀ ਦਿਨੀ ਉੱਤਰੀ ਅਸਾਮ ਵਿੱਚ ਪਹੁੰਚੇ। ਰਾਜਾ ਰਾਮ ਸਿੰਘ ਲੜਾਈ ਤੋਂ ਤੰਗ ਆ ਚੁੱਕਾ ਸੀ। ਅਹੋਮੀਏ ਵੀ ਹੰਬੇ ਹੋਏ ਸਨ। ਸਤਿਗੁਰੂ ਜੀ ਨੇ ਵਿੱਚ ਪੈ ਕੇ ਦੋਹਾਂ ਧਿਰਾਂ ਨੂੰ ਸਮਝਾਇਆ। ਰਾਜਾ ਚਕਰਧਵਜ ਅਤੇ ਰਾਜਾ ਰਾਮ ਸਿੰਘ ਦੇ ਵਿਚਕਾਰ ਸੁਲਾਹ ਦੀ ਗੱਲਬਾਤ ਸ਼ੁਰੂ ਹੋਈ। ਰਾਮ ਸਿੰਘ ਨੇ ਤਜਵੀਜ਼ ਕੀਤੀ ਕਿ ਦੋਵੇਂ ਧਿਰਾਂ ਆਪਣੀਆਂ ਪੁਰਾਣੀਆਂ ਹੱਦਾਂ ਤੇ ਟਿਕ ਜਾਣ। ਇਸ ਤਰ੍ਹਾਂ ਦੋਹਾਂ ਧਿਰਾਂ ਦੀ ਰਹਿ ਆਈ ਅਤੇ ਖੂਨ ਖਰਾਬਾ ਬੰਦ ਹੋਇਆ। ਇਹ ਜ਼ਿਕਰ 1670 ਦਾ ਹੈ। ਸਿੱਖ ਇਤਿਹਾਸ ਲਿਖਦਾ ਹੈ ਕਿ ਦਰਿਆ ਬ੍ਰਹਮਪੁੱਤਰ ਦੇ ਪੂਰਬਲੇ ਕੰਢੇ ਉੱਤੇ ਵਸਦੇ ਸ਼ਹਿਰ ਧੂਬਰੀ ਦੇ ਪਾਸ ਦੋਹਾਂ ਪਾਸਿਆਂ ਦੀ ਫੌਜ ਦੇ ਹਰੇਕ ਸਿਪਾਹੀ ਨੇ ਮਿੱਟੀ ਪੁੱਟ ਕੇ ਆਪੋ ਆਪਣੀ ਢਾਲ ਵਿੱਚ ਲਿਆ ਕੇ
ਉੱਥੇ ਇੱਕ ਉੱਚਾ ਦਮਦਮਾ ਤਿਆਰ ਕਰ ਦਿੱਤਾ, ਜੋ ਹੁਣ ਤੱਕ ਗੁਰੂ ਨਾਨਕ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਕਾਇਮ ਹੈ। ਹਿੰਦੂ ਕੌਮ ਉੱਤੇ ਵਧੀਕੀਆਂ। ਮੁਗਲ ਰਾਜ ਦੀਆਂ ਜੜ੍ਹਾਂ ਅਕਬਰ ਦੇ ਵੇਲੇ ਹੀ ਭਾਰਤ ਵਿੱਚ ਪੱਕੀਆਂ ਹੋਈਆਂ ਸਨ। ਉਸ ਦੀ ਰਾਜਨੀਤੀ ਥੰਮੇਵਾਰ ਅਤੇ ਸ਼ਾਂਤ ਵਾਲੀ ਸੀ। ਆਪ ਜੀਵੋ ਅਤੇ ਦੂਜਿਆਂ ਨੂੰ ਜਿਉਣ ਦਿਓ। ਅਕਬਰ ਗੈਰ ਮੁਸਲਿਮ ਲੋਕਾਂ ਦੀਆਂ ਧਾਰਮਿਕ ਰੀਤਾਂ ਰਸਮਾਂ ਵਿੱਚ ਕੋਈ ਦਖਲ ਨਹੀਂ ਦਿੰਦਾ ਸੀ। ਹਰੇਕ ਨੂੰ ਆਪੋ ਆਪਣੇ ਅਕੀਦੇ ਵਿਸ਼ਵਾਸ ਦੀ ਖੁੱਲ੍ਹ ਸੀ। ਕੱਟੜ ਕਾਜ਼ੀ ਅਕਬਰ ਦੀ ਇਸ ਨੀਤੀ ਨਾਲ ਸੰਤੁਸ਼ਟ ਨਹੀਂ ਸਨ। ਉਹ ਜ਼ੋਰੀ ਇਸਲਾਮ ਦਾ ਦਬਾਅ ਪਾਉਣਾ ਚਾਹੁੰਦੇ ਸਨ। ਅਕਬਰ, ਜਹਾਂਗੀਰ ਅਤੇ ਸ਼ਾਹਜਹਾਨ ਦੇ ਵੇਲੇ ਉਹਨਾਂ ਦੀ ਪੇਸ਼ ਨਾ ਜਾ ਸਕੀ। ਇਹ ਖੁੱਲ੍ਹ ਮਿਲੀ ਉਹਨਾਂ ਨੂੰ ਔਰੰਗਜ਼ੇਬ ਦੇ ਤਖਤ ਉੱਤੇ ਬੈਠਣ ਤੋਂ ਕੁਝ ਸਾਲ ਪਿੱਛੋਂ। ਤਖਤ ਉੱਤੇ ਬੈਠਣ ਤੋਂ ਪਹਿਲਾਂ ਵੀ, ਜਦੋਂ ਅਜੇ ਇਹ ਗੁਜਰਾਤ ਦਾ ਗਵਰਨਰ ਸੀ, ਇਸ ਨੇ ਸੰਨ 1644 ਵਿੱਚ ਅਹਿਮਦਾਬਾਦ ਵਿੱਚ ਚਿੰਤਾਮਣੀ ਦੇ ਮੰਦਰ ਨੂੰ ਢਹਾ ਦਿੱਤਾ ਸੀ ਅਤੇ ਕਈ ਹੋਰ ਮੰਦਰ ਵੀ ਮੁਕਾਏ ਸਨ। ਜਦੋਂ ਔਰੰਗਜ਼ੇਬ ਤਖਤ ਉੱਤੇ ਬੈਠਾ ਤਾਂ ਉਸਨੇ ਉੜੀਸਾ ਪ੍ਰਾਂਤ ਦੇ ਸਥਾਨਕ ਹਾਕਮਾਂ ਨੂੰ ਹਦਾਇਤਾਂ ਭੇਜੀਆਂ ਸਨ ਕਿ 10-12 ਸਾਲਾਂ ਦੇ ਅੰਦਰ ਅੰਦਰ ਬਣੇ ਹੋਏ ਸਭ ਮੰਦਰ ਅਤੇ ਸਾਧੂਆਂ ਦੀਆਂ ਕੁਟੀਆਂ ਨੂੰ ਢਾਹ ਦਿੱਤੀਆਂ ਜਾਣ ਤੇ ਕਿਸੇ ਪੁਰਾਣੇ ਮੰਦਰ ਦੀ ਮੁਰੰਮਤ ਨਾ ਹੋਣ ਦਿੱਤੀ ਜਾਵੇ। ਸੰਨ 1669 ਵਿੱਚ ਜਿੰਨੀ ਦਿਨੀ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਬੰਗਾਲ ਵਿੱਚ ਆਏ ਹੋਏ ਸਨ, ਔਰੰਗਜ਼ੇਬ ਨੇ ਸਾਰੇ ਭਾਰਤ ਵਾਸਤੇ ਇੱਕ ਨਵਾਂ ਹੁਕਮ ਜਾਰੀ ਕੀਤਾ ਕਿ ਕਾਫਰਾਂ ਦੀਆਂ ਸਭ ਪਾਠਸ਼ਾਲਾ ਅਤੇ ਮੰਦਰ ਢਾਹ ਦਿੱਤੇ ਜਾਣ। ਉਹਨਾਂ ਦੀਆਂ ਧਾਰਮਿਕ ਰਸਮਾਂ ਅਤੇ ਤਾਲੀਮ ਨੂੰ ਮੁਕਾ ਦਿੱਤਾ ਜਾਵੇ। ਇਸ ਹੁਕਮ ਦਾ ਨਤੀਜਾ ਇਹ ਨਿਕਲਿਆ ਕਿ ਮਥੁਰਾ, ਅਯੁੱਧਿਆ, ਬਨਾਰਸ ਆਦਿਕ ਹਿੰਦੂ ਸੱਭਿਅਤਾ ਵਾਲੇ ਸ਼ਹਿਰਾਂ ਦੇ ਸਦੀਆਂ ਪੁਰਾਣੇ ਮੰਦਰ ਢਾਹ ਦਿੱਤੇ ਗਏ ਅਤੇ ਕਈਆਂ ਨੂੰ ਮਸਜਿਦਾਂ ਵਿੱਚ ਤਬਦੀਲ ਕਰ ਦਿੱਤਾ ਗਿਆ। ਹਿੰਦੂਆਂ ਉੱਤੇ ਜਜ਼ੀਆ ਲਗਾ ਦਿੱਤਾ ਗਿਆ। ਧਾਰਮਿਕ ਮੇਲਿਆਂ ਉੱਤੇ ਬੜੀਆਂ ਕਰੜੀਆਂ ਬੰਦਸ਼ਾਂ ਲਾ ਦਿੱਤੀਆਂ। ਹਿੰਦੂ ਸਰਕਾਰੀ ਨੌਕਰੀਆਂ ਤੋਂ ਸਹਿਜੇ ਸਹਿਜੇ ਕੱਢੇ ਜਾਣ ਲੱਗ ਪਏ। ਹਿੰਦੂ ਕੌਮ ਦੇ ਨੇਤਾ ਅਤੇ ਬ੍ਰਾਹਮਣ ਅਤੇ ਸ਼ਸਤਰਧਾਰੀ ਰਾਜਪੂਤ ਆਦਿਕ ਖੱਤਰੀ ਹੀ ਸਨ। ਖੱਤਰੀ ਕਰਮਚਾਰੀ ਦਬਾਏ ਜਾ ਚੁੱਕੇ ਸਨ। ਉਹ ਸਗੋਂ ਮੁਗਲਾਂ ਦਾ ਹੱਥ ਟੋਕਾ ਬਣ ਕੇ ਹਿੰਦੂਆਂ ਉੱਤੇ ਹੀ ਜ਼ੋਰ ਜ਼ੁਲਮ ਕਰਨ ਲੱਗ ਪਏ ਸਨ। ਬ੍ਰਾਹਮਣਾਂ ਅੱਗੇ ਸਿਰਫ ਇੱਕੋ ਨਿਸ਼ਾਨਾ ਸੀ, ਹਿੰਦੂ ਅਨਪੜ੍ਹ ਜਨਤਾ ਨੂੰ ਕਰਮਕਾਂਡਾਂ ਦੇ ਜਾਲ ਵਿੱਚ ਫਸਾਈ ਰੱਖ ਕੇ ਆਪਣੀ ਸੌਖੀ ਰੋਜ਼ੀ ਦਾ ਪ੍ਰਬੰਧ ਕਾਇਮ ਰੱਖਣ। ਸੋ ਇਸ ਤਰ੍ਹਾਂ ਆਗੂਹੀਨ ਪਏ ਕਮਜ਼ੋਰ ਹਿੰਦੂ ਲੋਕ ਦਮ ਤੋੜ ਰਹੇ ਸਨ, ਪਰ ਹਿੰਦੂਆਂ ਉੱਤੇ ਨਿਰਾ ਧੱਕਾ ਹੀ ਨਹੀਂ ਵਰਤਿਆ ਜਾ ਰਿਹਾ ਸੀ। ਇਸਲਾਮ ਕਬੂਲ ਕਰਨ ਵਾਲਿਆਂ ਨੂੰ ਆਰਥਿਕ ਰਿਆਇਤਾਂ ਤੇ ਇਨਾਮ ਵੀ ਮਿਲਦੇ ਸਨ। ਵਾਪਸੀ। ਔਰੰਗਜ਼ੇਬ ਦੀ ਇਸ ਨਵੀਂ ਰਾਜਨੀਤੀ ਦਾ ਅਸਰ ਸੁਣ ਵੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਛੇਤੀ ਪੰਜਾਬ ਨੂੰ ਪਰਤੇ। ਪਹਿਲਾਂ ਪਟਨੇ ਅਪੜੇ, ਇੱਥੇ ਵੀ ਬਹੁਤ ਥੋੜਾ ਸਮਾਂ ਟਿਕੇ। ਗੁਰੂ ਗੋਬਿੰਦ ਸਿੰਘ ਜੀ ਨੂੰ ਉੱਥੇ ਹੀ ਪਰਿਵਾਰ ਅਤੇ ਸ਼ਰਧਾਲੂ ਸਿੱਖਾਂ ਦੀ ਨਿਗਰਾਨੀ ਵਿੱਚ ਛੱਡ ਕੇ ਆਪ ਬਕਸਰ, ਬਨਾਰਸ ਅਤੇ ਅਯੁੱਧਿਆ ਆਦਿਕ ਸ਼ਹਿਰਾਂ ਵਿੱਚੋਂ ਦੀ ਹੁੰਦੇ ਹੋਏ 2.5-3 ਮਹੀਨਿਆਂ ਵਿੱਚ ਅਨੰਦਪੁਰ ਸਾਹਿਬ ਵਾਪਸ ਪਹੁੰਚ ਗਏ। ਥੋੜੇ ਹੀ ਸਮੇਂ ਪਿੱਛੋਂ ਸਤਿਗੁਰੂ ਜੀ ਨੇ ਸਾਰੇ ਪਰਿਵਾਰ ਨੂੰ ਵੀ ਪਟਨੇ ਤੋਂ ਮੰਗਾ ਲਿਆ। ਗੁਰੂ ਨਾਨਕ ਦੇਵ ਜੀ ਦੇ ਦ੍ਰਿਸ਼ਟੀਕੋਣ ਤੋਂ ਮਨੁੱਖਤਾ ਦਾ ਆਦਰਸ਼ ਇਹ ਹੀ ਹੈ ਕਿ ਨਾ ਕਿਸੇ ਨੂੰ ਡਰਾਵੋ ਅਤੇ ਨਾ ਕਿਸੇ ਪਾਸੋਂ ਡਰੋ। ਔਰੰਗਜ਼ੇਬ ਦੀ ਨਵੀਂ ਚਲਾਈ ਜ਼ੁਲਮ ਰੋਹ ਵਿੱਚ ਖੇਰੂ ਹੋ ਕੇ ਰੁੜ ਰਹੇ ਹਿੰਦੂਆਂ ਨੂੰ
ਗੁਰੂ ਤੇਗ ਬਹਾਦਰ ਸਾਹਿਬ ਨੇ ਇਹੀ ਸਿੱਖਿਆ ਦੇਣੀ ਸ਼ੁਰੂ ਕੀਤੀ ਕਿ ਜਥੇਬੰਦ ਹੋ ਕੇ, ਇੱਕ ਮੁੱਠ ਹੋ ਕੇ, ਸ਼ਾਂਤ ਰਹਿ ਕੇ ਮਰਦਾਨਾ ਵਾਰ ਇਸ ਜ਼ੁਲਮ ਨੂੰ ਸਹਾਰੋ। ਸਤਿਗੁਰੂ ਜੀ ਔਰੰਗਜ਼ੇਬ ਦੇ ਵੇਲੇ ਦੀ ਮੁਗਲ ਤਾਕਤ ਨੂੰ ਚੰਗੀ ਤਰ੍ਹਾਂ ਜਾਣਦੇ ਸਨ, ਪਰ ਫਿਰ ਵੀ ਸਿੱਖ ਧਰਮ ਦਾ ਇਹੀ ਮੁੱਖ ਚੱਲਣ ਸੀ ਕਿ ਦੁਖੀਆਂ ਦੀ ਬਾਂਹ ਫੜੀ ਜਾਏ ਅਤੇ ਉਸ ਵੇਲੇ ਹਾਲਾਤ ਅਨੁਸਾਰ ਦੁਖੀਆਂ ਨੂੰ ਇਸ ਗੱਲ ਲਈ ਪ੍ਰੇਰਿਆ ਜਾਏ ਕਿ ਸਾਰੇ ਡਰ ਸਹਿਮ ਦੂਰ ਕਰਕੇ ਸੂਰਮਿਆਂ ਵਾਂਗ ਹੱਸ ਕੇ ਮੌਤ ਦਾ ਸਾਹਮਣਾ ਕਰਨਾ। ਸਖਤੀ ਦਾ ਉਲਟਾ ਫਲ। ਸ਼ਾਹਜਹਾਨ ਆਪਣੇ ਪੁੱਤਰ ਦੀ ਕੈਦ ਵਿੱਚ ਜਨਵਰੀ ਸੰਨ 1666 ਵਿੱਚ ਫੌਤ ਹੋਇਆ। ਮੁਗਲ ਇਤਿਹਾਸ ਲਿਖਦਾ ਹੈ ਕਿ ਔਰੰਗਜ਼ੇਬ ਉਸ ਦੇ ਜਨਾਜ਼ੇ ਤੇ ਵੀ ਨਹੀਂ ਸੀ ਪਹੁੰਚਿਆ। ਕੁਦਰਤੀ ਗੱਲ ਸੀ ਕਿ ਲੋਕਾਂ ਦੇ ਦਿਲਾਂ ਵਿੱਚ ਅਜਿਹੇ ਪੁੱਤਰ ਦੇ ਵਿਰੁੱਧ ਨਫ਼ਰਤ ਪੈਦਾ ਹੋਵੇ। ਇਸ ਬਦਨਾਮੀ ਨੂੰ ਧੋਣ ਲਈ ਔਰੰਗਜ਼ੇਬ ਨੇ ਆਪਣੇ ਆਪ ਨੂੰ ਇਸਲਾਮ ਦਾ ਖਾਸ ਰਾਖਾ ਜ਼ਾਹਰ ਕਰਨ ਦਾ ਉਦਮ ਸ਼ੁਰੂ ਕੀਤਾ। ਹਿੰਦੂ ਧਰਮ ਦੇ ਵਿਰੁੱਧ ਦਿਨੋਂ ਦਿਨ ਸਖਤੀ ਵਰਤਣ ਲੱਗ ਪਈ। ਜਿਉਂ-ਜਿਉਂ ਇਹ ਸਖਤੀ ਅਸਹਿ ਹੁੰਦੀ ਗਈ, ਕਈ ਮਨ ਚੱਲੇ ਸਿਰ ਚੁੱਕਣ ਲੱਗ ਪਏ। ਸੰਨ 1669 ਦੇ ਸ਼ੁਰੂ ਵਿੱਚ ਜ਼ਿਲ੍ਹਾ ਮਥੁਰਾ ਦੇ ਕਿਸਾਨਾਂ ਨੇ ਬਗਾਵਤ ਕਰ ਦਿੱਤੀ। ਇੱਕ ਕਿਸਾਨ ਗੋਲਕ ਦੀ ਅਗਵਾਈ ਵਿੱਚ ਵੀ ਹਜ਼ਾਰਾਂ ਗੱਭਰੂ ਹਥਿਆਰਬੰਦ ਹੋ ਖਲੋਤੇ। ਸਾਰਾ ਸਾਲ ਮੁਗਲ ਫੌਜਾਂ ਨੂੰ ਹੱਥ ਪੈਰ ਪਏ ਰਹੇ। ਆਖਰ ਇੱਕ ਇਕੱਲਾ ਜ਼ਿਲ੍ਹਾ ਸਾਰੀ ਮੁਗਲ ਹਕੂਮਤ ਦਾ ਟਾਕਰਾ ਕਿਵੇਂ ਕਰਦਾ। ਅਗਲੇ ਸਾਲ ਦੇ ਮਾਰਚ ਵਿੱਚ ਮਸਾਂ ਅਮਨ ਕਾਇਮ ਹੋ ਸਕਿਆ। ਦਿੱਲੀ ਤੋਂ ਦੱਖਣ ਪੱਛਮ ਵੱਲ 70 ਮੀਲਾਂ ਦੀ ਵਿੱਥ ਤੇ ਜ਼ਿਲ੍ਹਾ ਨਾਰਨੌਲ ਦੇ ਇਲਾਕੇ ਵਿੱਚ ਸਤਨਾਮੀਏ ਲੋਕ ਵਸਦੇ ਸਨ। ਹਿੰਦੂ ਕੌਮ ਦਾ ਹੀ ਇਹ ਇੱਕ ਫਿਰਕਾ ਸੀ। ਲੋਕ ਇਹਨਾਂ ਨੂੰ ਮੁੰਡਿਆ ਆਖਦੇ ਸਨ, ਕਿਉਂਕਿ ਇਹ ਪਿੰਡੇ ਦੇ ਸਾਰੇ ਹੀ ਵਾਲ ਤੇ ਰੋਮ ਮੁਨਾ ਦਿੰਦੇ ਸਨ। ਸਤਨਾਮੀਏ ਰਹਿੰਦੇ ਤਾਂ ਸਾਧ ਭੇਖ ਵਿੱਚ ਸਨ, ਪਰ ਆਪਣੀ ਕਿਰਤਕਾਰ ਆਪ ਹੀ ਕਰਦੇ ਸਨ। ਹੱਕ ਦੀ ਕਮਾਈ ਇਹਨਾਂ ਦਾ ਖਾਸ ਅਸੂਲ ਸੀ। ਕਿਸੇ ਦੀ ਵਧੀਕੀ ਵੀ ਸਹਾਰਨ ਨੂੰ ਇਹ ਤਿਆਰ ਨਹੀਂ ਸਨ। ਇਹਨਾਂ ਵਿੱਚੋਂ ਬਹੁਤੇ ਸਦਾ ਸ਼ਸਤਰਧਾਰੀ ਰਹਿੰਦੇ ਸਨ। ਕਿਸੇ ਸਿਰ ਫਿਰੇ ਹਾਕਮ ਦੀ ਵਧੀਕੀ ਦੇ ਕਾਰਨ ਇਹਨਾਂ ਨਾਲ ਝਗੜਾ ਬਣ ਖਲੋਤਾ, ਜੋ ਇਤਨਾ ਵਧਿਆ ਕਿ ਮਈ 1670 ਵਿੱਚ ਸਾਰੇ ਦਾ ਸਾਰਾ ਸਤਨਾਮੀ ਫਿਰਕਾ ਉੱਠ ਖੜਾ ਹੋਇਆ। ਸ਼ਹਿਰ ਨਾਰਨੌਲ ਤੇ ਕਬਜ਼ਾ ਕਰਕੇ ਸਤਨਾਮੀਏ ਦਿੱਲੀ ਵੱਲ ਵੀ ਵੱਧ ਤੁਰੇ, ਪਰ ਗਰੀਬ ਸਤਨਾਮੀਏ ਮਾਮੂਲੀ ਹਥਿਆਰਾਂ ਨਾਲ ਕਦ ਤੱਕ ਮੁਗਲ ਹਕੂਮਤ ਦਾ ਟਾਕਰਾ ਕਰਦੇ। ਅਗਲੇ ਸਾਲ ਦੇ ਮਾਰਚ ਮਹੀਨੇ ਵਿੱਚ ਬੜੀ ਬੇਰਹਿਮੀ ਨਾਲ ਉਹਨਾਂ ਨੂੰ ਮਾਰ ਮੁਕਾਇਆ ਗਿਆ। ਇਹ ਲੱਛਣ ਦੱਸ ਰਹੇ ਸਨ ਕਿ ਮੁਗਲ ਹਕੂਮਤ ਕੋਹਜੀ ਰਾਜਨੀਤੀ ਦੇ ਰਸਤੇ ਪੈ ਗਈ ਸੀ, ਪਰ ਹਕੂਮਤ ਦੇ ਤਾਕਤ ਦੇ ਨਸ਼ੇ ਤੇ ਇਹ ਸੂਝ ਨਾ ਆਉਣ ਦਿੱਤੀ। ਹਕੂਮਤ ਦੇ ਤਾਕਤ ਦੇ ਨਸ਼ੇ ਨੇ ਇਹ ਸੂਝ ਨਾ ਆਉਣ ਦਿੱਤੀ। ਕਸ਼ਮੀਰੀ ਪੰਡਤ ਸਾਰੇ ਉੱਤਰੀ ਅਤੇ ਪੂਰਬੀ ਭਾਰਤ ਵਿੱਚ ਹੀ ਔਰੰਗਜ਼ੇਬ ਦੇ ਹੁਕਮ ਨਾਲ ਸਖਤੀ ਦੀ ਇਹ ਲਹਿਰ ਚਲਾਈ ਗਈ ਸੀ। ਇਹ ਆਮ ਪ੍ਰਸਿੱਧ ਗੱਲ ਸੀ ਕਿ ਕਸ਼ਮੀਰ ਵਿੱਚ ਬੜੇ ਵਿਦਵਾਨ ਪੰਡਤ ਰਹਿੰਦੇ ਸਨ। ਕਸ਼ਮੀਰ ਪੰਡਤਾਂ ਦਾ ਗੜ੍ਹ ਸੀ। ਉਹਨੇ ਦਿਨੀ ਬਾਦਸ਼ਾਹ ਵੱਲੋਂ ਸ਼ੇਰ ਅਫਗਾਨ ਖਾਂ ਉੱਥੇ ਸੂਬੇਦਾਰ ਸੀ। ਉਸਨੇ ਵੀ ਤਲਵਾਰ ਦੇ ਜ਼ੋਰ ਨਾਲ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ। ਇਹ ਖਬਰਾਂ ਵੀ ਸਾਰੀ ਹਿੰਦੂ ਜਨਤਾ ਤੱਕ ਪਹੁੰਚ ਚੁੱਕੀਆਂ ਹੋਈਆਂ ਸਨ ਕਿ ਸਤਿਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਜਾਨਸ਼ੀਨ ਗੁਰੂ ਆਪੋ ਆਪਣੇ ਸਮੇਂ ਕਮਜ਼ੋਰ ਗਰੀਬ ਲੋਕਾਂ ਵਿੱਚ ਸਵੈਮਾਨ ਪੈਦਾ ਕਰਨ ਦੇ ਯਤਨ ਕਰਦੇ ਆ ਰਹੇ ਸਨ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਤਲਵਾਰ ਤੋਂ
ਕਸ਼ਮੀਰੀ ਲੋਕ ਚੰਗੀ ਤਰ੍ਹਾਂ ਜਾਣੂ ਸਨ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਆਪ ਵੀ ਕਸ਼ਮੀਰ ਆਏ ਹੋਏ ਸਨ। ਸੋ ਕਸ਼ਮੀਰੀ ਪੰਡਤਾਂ ਨੇ ਮੁਗਲਾਂ ਦੀ ਤਲਵਾਰ ਅੱਗੇ ਝੁਕਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਆਸਰਾ ਲਿਆ। ਕੁਝ ਸਿਆਣੇ ਪੰਡਤਾਂ ਨੇ ਅਨੰਦਪੁਰ ਆ ਕੇ ਸਤਿਗੁਰੂ ਜੀ ਪਾਸੋਂ ਸਹਾਇਤਾ ਮੰਗੀ, ਜਿਸ ਕਰਕੇ ਇਸ ਮੁਸੀਬਤ ਤੋਂ ਬਚਿਆ ਜਾ ਸਕੇ। ਗੁਰਬਾਣੀ ਦੇ ਪੂਰਨੇ ਸਾਹਿਬ ਨਾਲ ਨਿਤਾਣੇ ਹੋਏ ਲੋਕ ਕੁਰਬਾਨੀ ਦੇ ਨਿਰੇ ਦੱਸੇ ਹੋਏ ਰਾਹ ਉੱਤੇ ਨਹੀਂ ਤੁਰ ਸਕਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਜ਼ਰੂਰੀ ਸਮਝਿਆ ਕਿ ਕਮਜ਼ੋਰਾਂ ਵਿੱਚ ਜਿੰਦ ਪਾਉਣ ਲਈ ਉਹਨਾਂ ਦੀ ਖਾਤਰ ਜ਼ੁਲਮ ਅੱਗੇ ਨਿਡਰ ਹੋ ਕੇ ਆਪਣਾ ਸਿਰ ਪੇਸ਼ ਕੀਤਾ ਜਾਏ। ਗੋਬਿੰਦ ਸਿੰਘ ਜੀ ਭਾਵੇਂ ਅਜੇ 8 ਸਾਲਾਂ ਦੇ ਹੀ ਸਨ, ਉਹਨਾਂ ਨੇ ਵੀ ਪਿਤਾ ਗੁਰੂ ਜੀ ਦੇ ਇਸ ਖਿਆਲ ਦੀ ਪ੍ਰਸ਼ੰਸਾ ਕੀਤੀ। ਕਸ਼ਮੀਰੀ ਪੰਡਤਾਂ ਨੂੰ ਸਤਿਗੁਰੂ ਜੀ ਨੇ ਕਹਿ ਦਿੱਤਾ ਕਿ ਤੁਸੀਂ ਬੇਸ਼ੱਕ ਬਾਦਸ਼ਾਹ ਨੂੰ ਲਿਖ ਭੇਜੋ, ਜੋ ਗੁਰੂ ਤੇਗ ਬਹਾਦਰ ਸਾਡੇ ਧਾਰਮਿਕ ਰਾਹਬਰ ਹਨ, ਜੇ ਉਹ ਮੁਸਲਮਾਨ ਬਣ ਗਏ ਤਾਂ ਅਸੀਂ ਸਾਰੇ ਹੀ ਇਸਲਾਮ ਕਬੂਲ ਕਰ ਲਵਾਂਗੇ। ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਸਿੱਖ ਧਰਮ ਦੇ ਪ੍ਰਚਾਰ ਲਈ ਸਮੇਂ-ਸਮੇਂ ਥਾਪੇ ਹੋਏ ਕੇਂਦਰਾਂ ਤੋਂ ਮੁਖੀ ਸਿੱਖ ਦੱਬੀ ਹੋਈ ਹਿੰਦੂ ਜਨਤਾ ਵਿੱਚ ਪ੍ਰਚਾਰ ਤਾਂ ਕਰਦੇ ਆ ਰਹੇ ਸਨ, ਅਤੇ ਸਿੱਖ ਧਰਮ ਦਾ ਮੁੱਖ ਪ੍ਰਚਾਰ ਵੀ ਇਹੀ ਹੈ ਕਿ ਨਾ ਕਿਸੇ ਤੋਂ ਡਰੋ ਅਤੇ ਨਾ ਕਿਸੇ ਨੂੰ ਡਰਾਵੋ। ਫਿਰ ਵੀ ਸਮੇਂ ਦੇ ਹਾਲਾਤ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਜ਼ਰੂਰੀ ਸਮਝਿਆ ਕਿ ਆਪਣੇ ਆਪ ਨੂੰ ਔਰੰਗਜ਼ੇਬ ਦੀ ਤਲਵਾਰ ਅੱਗੇ ਪੇਸ਼ ਕਰਨ ਤੋਂ ਪਹਿਲਾਂ ਘਬਰਾਏ ਹੋਏ ਲੋਕਾਂ ਪਾਸ ਥਾਂ-ਥਾਂ ਪਹੁੰਚ ਕੇ ਉਹਨਾਂ ਨੂੰ ਧੀਰਜ ਦਿੱਤੀ ਜਾਏ ਅਤੇ ਉਹਨਾਂ ਦੇ ਦਿਲਾਂ ਵਿੱਚੋਂ ਮੌਤ ਦਾ ਸਹਿਮ ਦੂਰ ਕੀਤਾ ਜਾਏ। ਜੀਵਨ ਬਿਰਤਾਂਤ ਗੁਰੂ ਤੇਗ ਬਹਾਦਰ ਸਾਹਿਬ ਜੀ। ਲੇਖਕ ਪ੍ਰੋਫੈਸਰ ਸਾਹਿਬ ਸਿੰਘ, ਭਾਗ ਦੀ 3, ਆਵਾਜ਼ ਭਾਈ ਸੰਦੀਪ ਸਿੰਘ ਖਾਲੜਾ। ਹੋਈ ਭੁੱਲ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਅਗਲੇ ਭਾਗ ਵਿੱਚ।